ਹੈਲੋ ਸਟੂਡੈਂਟਸ, ਆਨਲਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਲੈਕਚਰ ਵਿੱਚ ਅਸੀਂ ਲੈਸਨ ਜੋ ਰੀਡ ਕਰ ਰਹੇ ਸੀ, ਚਾਚੇ ਚੂਹਾ ਮਾਰਿਆ। ਤੁਸੀਂ ਇਸ ਵਿੱਚ ਪੜ੍ਹਿਆ ਕਿ ਇੱਕ ਸ਼ੇਰ ਜੰਗ ਬਹਾਦਰ ਸਿੰਘ ਨਾਂ ਦਾ ਇੱਕ ਆਦਮੀ ਹੁੰਦਾ ਹੈ। ਸਾਰੇ ਬੱਚੇ, ਸਾਰੇ ਜੋ ਮੁਹੱਲੇ ਵਾਲੇ ਉਸ ਨੂੰ ਚਾਚਾ ਸ਼ੇਰੂ ਕਹਿੰਦੇ ਹਨ। ਪਹਿਲਾਂ ਉਹ ਇੱਕ ਵਾਰੀ ਫੌਜ ਵਿੱਚ ਭਰਤੀ ਹੋਣ ਲਈ ਜਾਂਦਾ ਹੈ ਤਾਂ ਜੋ ਫੌਜ ਦਾ ਜੋ ਅਫਸਰ ਹੁੰਦਾ ਹੈ ਉਸ ਦੇ ਸਿਰ ਉੱਤੇ ਕਿੱਦਾਂ ਘੜਾ ਰੱਖ ਕੇ ਜਦੋਂ ਗੋਲੀ ਚਲਾਉਂਦਾ ਹੈ ਤਾਂ ਚਾਚਾ ਸ਼ੇਰੂ ਜੋ ਹੈ ਡਰ ਜਾਂਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ, ਜਿਸ ਕਰਕੇ ਉਸ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਂਦਾ ਤਾਂ ਉਹ ਵਾਪਸ ਚਲਾ ਆਉਂਦਾ ਹੈ। ਫਿਰ ਉਹ ਇੱਕ ਕਲਕੱਤੇ ਦੇ ਕਾਰਖਾਨੇ ਵਿੱਚ ਹੀ ਕੰਮ ਕਰਨ ਲੱਗ ਜਾਂਦਾ ਹੈ ਅਤੇ ਆਪਣੀ ਜੋ ਜ਼ਿੰਦਗੀ ਉੱਥੇ ਬਿਤਾਉਂਦਾ ਹੈ। ਫਿਰ ਪਿੰਡ ਵਿੱਚ ਆਉਂਦਾ ਹੈ ਤਾਂ ਉਹ ਉੱਥੋਂ ਦੇ ਬੱਚਿਆਂ ਨੂੰ ਇਕੱਠਾ ਕਰਕੇ ਗੱਪ ਛੱਡਦਾ ਰਹਿੰਦਾ ਹੈ ਕਿ ਕਿਸ ਪ੍ਰਕਾਰ ਉਸਨੇ ਮਾਂਡਲੇ ਵਿੱਚ ਇੱਕ ਵਾਰ ਮਾਂਡਲੇ ਦੇ ਜੰਗਲਾਂ ਵਿੱਚ ਉਹਨਾਂ ਦੀ ਜੋ ਫੌਜ ਉਤਰੀ ਸੀ ਅਤੇ ਜੋ ਸਾਰੇ ਉਸਦੇ ਆਪਣੇ ਜੋ ਫੌਜੀ ਸਾਥੀ ਸਨ ਦੁਸ਼ਮਣਾਂ ਨੇ ਮਾਰ ਦਿੱਤੇ, ਉਹ ਕਿਸ ਪ੍ਰਕਾਰ ਇਕੱਲਾ ਹੀ ਬਚਦਾ ਹੈ। ਇਹ ਤੁਸੀਂ ਪੜ੍ਹਿਆ। ਇਸ ਤੋਂ ਬਾਅਦ ਫਿਰ ਤੁਸੀਂ ਪੜ੍ਹਿਆ ਕਿ ਇੱਕ ਦਿਨ ਦੀ ਗੱਲ ਹੈ, ਇੱਕ ਰਾਤ ਨੂੰ, ਕਿ ਵੈਸੇ ਤਾਂ ਚਾਚਾ ਹਰ ਰੋਜ਼ ਗੱਪਾਂ ਛੱਡਦਾ ਸੀ ਕਿ ਉਹ ਬਹੁਤ ਬਹਾਦਰ ਹੈ, ਪਰ ਅਸਲ ਵਿੱਚ ਉਹ ਬਹਾਦਰ ਨਹੀਂ ਸੀ। ਉਹ ਇੱਕ ਚੂਹੇ ਤੋਂ ਵੀ ਡਰ ਜਾਂਦਾ ਹੈ। ਕਿਸ ਪ੍ਰਕਾਰ ਉਹ ਇੱਕ ਦਿਨ ਇੱਕ ਰਾਤ ਨੂੰ ਜਦੋਂ ਸੋ ਰਿਹਾ ਸੀ ਤਾਂ ਉਸ ਦੇ ਕਮਰੇ ਵਿੱਚ ਇੱਕ ਛੋਟਾ ਜਿਹਾ ਕਤੂਰਾ ਜਿਸ ਨੂੰ ਕੁੱਤੇ ਦਾ ਬੱਚਾ ਪੱਪੀ ਕਹਿੰਦੇ ਹਨ, ਉਹ ਵੜ ਜਾਂਦਾ। ਉਸਨੂੰ ਪਤਾ ਨਹੀਂ ਲੱਗਦਾ ਤਾਂ ਕਿੱਦਾਂ ਉਹ ਜਦੋਂ ਚੂੰ ਚੂੰ ਦੀ ਆਵਾਜ਼ ਕਰਦਾ ਹੈ ਤਾਂ ਜੋ ਚਾਚਾ ਸ਼ੇਰੂ ਹੁੰਦਾ ਉਹ ਡਰ ਜਾਂਦਾ ਹੈ। ਇਹ ਸਭ ਤੁਸੀਂ ਪੜ੍ਹਿਆ। ਅੱਜ ਅਸੀਂ ਅੱਗੇ ਪੜ੍ਹਦੇ ਹਾਂ। ਰੌਲਾ ਸੁਣ ਕੇ ਉਸ ਦੇ ਗੁਆਂਢੀ ਜਾਗ ਪਏ। ਜਦੋਂ ਚਾਚੇ ਸ਼ੇਰੂ ਨੇ ਰੌਲਾ ਪਾ ਦਿੱਤਾ ਕਿ ਭੂਤ, ਉਸਨੇ ਸੋਚਿਆ ਕਿ ਕੋਈ ਭੂਤ ਪ੍ਰੇਤ ਹੈ ਤਾਂ ਰੌਲਾ ਪਾ ਦਿੰਦਾ ਕਿ ਭੂਤ ਹੈ, ਅਤੇ ਉਸ ਦੇ ਗੁਆਂਢੀ ਜੋ ਹਨ ਉਹ ਸੁਣ ਕੇ ਆ ਜਾਂਦੇ ਹਨ। ਵਾਹੋ ਦਾ ਹੀ ਸਭ ਉਸ ਦੇ ਵਿਹੜੇ ਵੱਲ ਨੱਸੇ ਮਤਲਬ ਭੱਜੇ। ਸਾਰੇ ਉਸ ਦੇ ਵਿਹੜੇ ਵੱਲ, ਉਸ ਦੇ ਆਂਗਣ ਵੱਲ ਭੱਜਦੇ ਹਨ। ਹਨੇਰੇ ਕਰਕੇ ਉਸ ਨੂੰ ਕੁਝ ਪਤਾ ਨਾ ਲੱਗਿਆ ਕੀ ਹੋ ਰਿਹਾ ਸੀ। ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਸੀ। ਇੱਕ ਗੁਆਂਢੀ ਸ਼ਾਮੂ ਲਾਲਟੇਨ ਜਗਾ ਕੇ ਲੈ ਆਇਆ। ਚਾਨਣ ਵਿੱਚ ਲੋਕਾਂ ਨੇ ਵੇਖਿਆ ਕਿ ਸ਼ੇਰ ਜੰਗ ਬਹਾਦਰ ਹਾਲੋ ਬੇਹਾਲ ਹੋਇਆ ਕੰਧ ਦੇ ਨਾਲ ਲੱਗਾ ਖੜਾ ਹੋਇਆ ਸੀ। ਤਾਂ ਉਹਨਾਂ ਨੇ ਦੇਖਿਆ ਕਿ ਇੱਕ ਕੰਧ ਦੇ ਨਾਲ ਲੱਗਾ ਸੀ। ਜਦੋਂ ਥੋੜ੍ਹਾ ਚਾਨਣ ਹੋਇਆ, ਪ੍ਰਕਾਸ਼ ਹੋਇਆ, ਉਸ ਵਿੱਚ ਉਹਨਾਂ ਦੇਖਿਆ ਕਿ ਸ਼ੇਰ ਜੰਗ ਬਹਾਦਰ ਜੋ ਸੀ ਉਹ ਬਹੁਤ ਡਰਿਆ ਹੋਇਆ ਸੀ ਅਤੇ ਕੰਧ ਹੁੰਦਾ, ਦੀਵਾਰ ਦੇ ਨਾਲ ਲੱਗਾ ਹੋਇਆ ਖੜਿਆ ਸੀ। ਉਸ ਦੇ ਵਾਲ ਖਿਲਰੇ ਹੋਏ ਸਨ ਅਤੇ ਲੱਤਾਂ ਬਾਹਾਂ ਉੱਤੇ ਝਰੀਟਾਂ ਵੱਲ ਵੱਜ ਕੇ ਲਹੂ ਵਗ ਰਿਹਾ ਸੀ, ਕਿਉਂਕਿ ਉਸ ਦੇ ਟੱਕਰਾਂ ਵੱਜੀਆਂ ਸਨ 2-3 ਵਾਰ ਜਿਸ ਪੀਪੇ ਦੇ ਨਾਲ, ਜਿਸ ਨਾਲ ਉਹ ਡਿੱਗ ਗਿਆ ਸੀ। ਉਸ ਦੀਆਂ ਅੱਖਾਂ ਡਰ ਨਾਲ ਤਾੜੇ ਲੱਗੀਆਂ ਹੋਈਆਂ ਸਨ ਅਤੇ ਚਿਹਰਾ ਪੂਣੀ ਵਾਂਗ ਬੱਗਾ ਹੋ ਰਿਹਾ ਸੀ। ਬੱਗਾ ਹੁੰਦਾ ਮਤਲਬ ਚਿਤਰਾ ਬਤਰਾ, ਮਤਲਬ ਹਵਾਈਆਂ ਉੱਡੀਆਂ ਹੋਣ, ਐਸਾ ਉਹਦਾ ਚਿਹਰਾ ਹੋਇਆ ਸੀ। ਸ਼ੇਰ ਜੰਗ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਉਹ ਥਿੜਕਦੀ ਜੀਭ ਨਾਲ ਉੱਥੇ ਅੰਦਰ ਕਹਿੰਦਿਆਂ ਮੁੜ ਕੋਠੜੀ ਵੱਲ ਇਸ਼ਾਰਾ ਕਰ ਰਿਹਾ ਸੀ। ਤਾਂ ਉਸ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਸੀ ਅਤੇ ਉਹ ਬਾਰ-ਬਾਰ ਇਹ ਇਸ਼ਾਰਾ ਕਰ ਰਿਹਾ ਸੀ ਵੀ ਉੱਥੇ ਥਿੜਕਦੀ ਆਵਾਜ਼, ਉਸ ਦੀ ਆਵਾਜ਼ ਜੋ ਕੰਬ ਰਹੀ ਸੀ। ਗੁਆਂਢੀ ਕੋਠੜੀ ਦੇ ਨੇੜੇ ਗਏ ਤਾਂ ਕਤੂਰਾ ਦੇਹਲੀ ਕੋਲ ਬੈਠਾ ਦਿਸਿਆ। ਜਦੋਂ ਗੁਆਂਢੀ ਅੰਦਰ ਗਏ ਕੋਠੜੀ ਦੇ ਕੋਲ ਤਾਂ ਉਹਨਾਂ ਨੇ ਦੇਖਿਆ ਕਿ ਕਤੂਰਾ ਬੈਠਾ ਹੋਇਆ ਉੱਥੇ। ਸ਼ਾਮੂ ਨੇ ਲਾਲਟੇਨ ਅਗਾਂਹ ਕਰਕੇ ਵੇਖਿਆ। ਅਗਾਂਹ ਹੁੰਦਾ ਅੱਗੇ ਕਰਕੇ ਦੇਖਿਆ। ਜੋ ਸ਼ਾਮੂ ਸੀ, ਜਿਸ ਦੇ ਹੱਥ ਦੇ ਵਿੱਚ ਲਾਲਟੇਨ ਸੀ, ਉਸਨੇ ਉਸ ਲਾਲਟੇਨ ਨੂੰ ਅੱਗੇ ਕੀਤਾ ਤਾਂ ਦੇਖਿਆ ਕਿ ਕਤੂਰੇ ਦਾ ਮੂੰਹ ਪਿੰਜਰੇ ਦੀ ਫੱਟੀ ਵਿੱਚ ਘੁੱਟਿਆ ਹੋਇਆ ਸੀ। ਉਹ ਜੋ ਕਤੂਰਾ ਸੀ ਨਾ, ਉਸ ਦੇਖੋ ਜੋ ਪਿੰਜਰਾ ਰੱਖਿਆ ਹੋਇਆ ਸੀ ਚੂਹੇ ਦੇ ਆਉਣ ਲਈ, ਉਸ ਪਿੰਜਰੇ ਵਿੱਚ ਜੋ ਕਤੂਰਾ ਸੀ ਉਸਦਾ ਮੂੰਹ ਵਿੱਚ ਘੁੱਟਿਆ ਗਿਆ। ਉਸ ਦੇ ਨਾਲ ਉਹ ਇਸ ਲਈ ਉਹ ਚੂੰ ਚੂੰ ਕਰ ਰਿਹਾ ਸੀ। ਉਹ ਚੂੰ ਚੂੰ ਦੀ ਆਵਾਜ਼ ਕੱਢਦਾ ਆਪਣਾ ਮੂੰਹ ਬਾਹਰ ਕੱਢਣ ਦਾ ਯਤਨ ਕਰ ਰਿਹਾ ਸੀ। ਵੇਖਦਿਆਂ ਹੀ ਸਭ ਦੀ ਹਾਸੀ ਨਿਕਲ ਗਈ ਅਤੇ ਉਹ ਜੋ ਕਤੂਰਾ ਸੀ ਉਹ ਆਪਣਾ ਮੂੰਹ ਨਿਕਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵੇਖ ਕੇ ਸਭ, ਜਿੰਨੇ ਵੀ ਆਂਢੀ ਗੁਆਂਢੀ ਆਏ ਹਨ, ਸਭ ਦੀ ਹੱਸੀ ਨਿਕਲ ਗਈ। ਸ਼ੇਰ ਜੰਗ ਜੀ ਵੀ ਸੂਰਤ ਮੁੜ ਟਿਕਾਣੇ ਆਈ ਤਾਂ ਉਹ ਹੁਣ ਸ਼ਰਮ ਦਾ ਮਾਰਿਆ ਪਾਣੀ ਹੋ ਗਿਆ। ਤਾਂ ਜਦੋਂ ਉਸਨੇ ਵੀ ਦੇਖਿਆ
ਉਹਦੀ ਸੂਰਤ ਟਿਕਾਣੇ ਆਈ, ਮਤਲਬ ਉਸਦਾ ਸੂਰਤ ਟਿਕਾਣੇ ਆਉਣਾ, ਮੈਂ ਸਹੀ ਜਗ੍ਹਾ 'ਤੇ ਉਹਦੀ ਜੋ ਦਿਮਾਗ ਸੀ, ਸੂਰਤ ਸੀ, ਉਹਦਾ ਦਿਮਾਗ ਸਹੀ ਜਗ੍ਹਾ 'ਤੇ ਆਇਆ ਤਾਂ ਉਸਨੂੰ ਆਪਣੇ ਉੱਤੇ ਬਹੁਤ ਸ਼ਰਮ ਮਹਿਸੂਸ ਹੋਈ। ਸਾਮੂ ਉਸ ਨੂੰ ਮਜ਼ਾਕ ਕਰਦਾ ਕਹਿ ਰਿਹਾ ਸੀ, ਵਾਹ ਓਏ ਸ਼ੇਰ ਜੰਗ ਬਹਾਦਰਾ, ਮਾਂ ਨੇ ਤਾਂ ਨਾਂ ਪਤਾ ਨਹੀਂ ਕਿੱਥੋਂ ਲੱਭ ਕੇ ਰੱਖਿਆ ਸੀ, ਸੋਚਦੀ ਹੋਊ ਮੇਰਾ ਪੁੱਤਰ ਸ਼ੇਰਾਂ ਦੀ ਸ਼ਿਕਾਰ ਕਰਿਆ ਕਰੂ। ਵੀ ਤੇਰੀ ਮਾਂ ਨੇ ਤਾਂ ਤੇਰਾ ਨਾਮ ਜੋ ਸੀ ਸ਼ੇਰ ਜੰਗ ਬਹਾਦਰ ਰੱਖਿਆ ਸੀ, ਪਤਾ ਨਹੀਂ ਕੀ ਸੋਚ ਕੇ ਰੱਖਿਆ ਸੀ ਕਿ ਕੋਈ ਸ਼ੇਰ ਦਾ ਸ਼ਿਕਾਰ ਕਰੂ, ਅਤੇ ਡਰਦਾ ਉਹ ਚੂਹੇ ਤੋਂ ਵੀ ਹੈ, ਕਤੂਰੇ ਤੋਂ ਹੈ। ਅਗਲੇ ਦਿਨ ਇਹ ਗੱਲ ਸਾਰੇ ਮੁਹੱਲੇ ਨੂੰ ਪਤਾ ਲੱਗ ਗਈ। ਸ਼ਰਾਰਤੀ ਮੁੰਡੇ ਉਸ ਦੇ ਘਰ ਸਾਹਮਣੇ ਇਕੱਠੇ ਹੋ ਗਏ। ਉਹਨਾਂ ਨੇ ਇੱਕ ਨਵਾਂ ਗੀਤ ਜੋੜ ਕੇ ਗਾਉਣਾ ਸ਼ੁਰੂ ਕਰ ਦਿੱਤਾ। ਪਹਿਲੇ ਉਹ ਕੀ ਗਾਉਂਦੇ ਸਨ, ਚਾਚਾ ਸ਼ੇਰੂ ਗੱਪੀ, ਅਤੇ ਹੁਣ ਉਹਨਾਂ ਨੇ ਇੱਕ ਨਵਾਂ ਗੀਤ ਬਣਾ ਲਿਆ ਸੀ, ਉੱਚੇ ਨੀਵੇਂ ਮਹਿਲ ਉੱਤੇ ਕਿੰਗਰਾਂ, ਚਾਚੇ ਲਿਆਂਦਾ ਪਿੰਜਰਾ। ਜੈਸਾ ਕਿ ਪਿੰਜਰੇ ਵਿੱਚ ਜੋ ਕਤੂਰੇ ਦਾ ਮੂੰਹ ਆਇਆ ਸੀ, ਉਹਨਾਂ ਨੇ ਉਸ ਦੇ ਉੱਤੇ ਹੀ ਗੀਤ ਬਣਾ ਲਿਆ ਕਿ ਉੱਚੇ ਨੀਵੇਂ ਮਹਿਲ ਉੱਤੇ ਕਿੰਗਰਾ, ਚਾਚਾ ਲਿਆਂਦਾ ਪਿੰਜਰਾ, ਪਿੰਜਰੇ ਵਿੱਚ ਕਤੂਰਾ ਫੱਬਾ, ਚਾਚਾ ਭਾਗ ਕੇ ਕਹਾਂ ਜਾਤਾ। ਇਹ ਵਿੱਚ ਹਿੰਦੀ ਦਾ ਵੀ ਮਿਕਸ ਹੈ। ਚਾਚਾ ਡਰ ਕੇ ਬਾਹਰ ਨੱਸਿਆ, ਭੰਨਿਆ ਘਰ ਦਾ ਬੂਹਾ, ਬੂਹਾ ਹੁੰਦਾ ਦਰਵਾਜ਼ਾ, ਵੀ ਭੰਨਿਆ ਉਹਨੇ ਤੋੜ ਦਿੱਤਾ। ਵੇਖੋ ਚਾਚੇ ਦੀ ਕਰਤੂਤ, ਕਰਤੂਤ ਵੀ ਮਤਲਬ ਭੈੜਾ ਕੰਮ, ਕਿ ਚਾਚੇ ਨੇ ਕਿਹੋ ਜਿਹਾ ਕੰਮ ਕੀਤਾ। ਬਣਿਆ ਫਿਰੇ ਕਤੂਰਾ ਭੂਤ, ਜੋ ਕਤੂਰਾ ਸੀ ਉਹ ਕੁੱਤੇ ਦਾ ਬੱਚਾ ਸੀ, ਉਸਨੇ ਚਾਚੇ ਨੇ ਭੂਤ ਬਣਾ ਦਿੱਤਾ ਹੈ, ਉਹ ਕਤੂਰੇ ਦਾ ਬੱਚਾ ਸੀ। ਗੀਤ ਗਾਉਣ ਵਾਲਾ ਗੀਤ ਮੁਕਾ ਕੇ ਉੱਚੀ ਸਾਰੀ ਕਹਿ ਦੇਵੇ, ਸਾਵਾ ਚਾਚਾ ਸ਼ੇਰੂ ਸਾਵਾ, ਐਸੇ ਕਰੀਦਾ ਨਾ, ਸ਼ਾਵਾ ਹੋਏ ਸ਼ਾਵਾ, ਅਤੇ ਉਹ ਵੀ ਐਸੇ ਹੀ ਕਹਿ ਰਹੇ ਨੇ, ਸ਼ਾਵਾ ਚਾਚਾ ਸ਼ੇਰੂ ਸ਼ਾਵਾ। ਉਸ ਦੇ ਮਗਰ ਸਾਰੇ ਬੋਲਦੇ ਬੱਚੇ, ਸ਼ਾਵਾ ਚਾਚਾ ਸ਼ੇਰੂ ਸ਼ਾਵਾ। ਇਹ ਗੀਤ ਉਹਨਾਂ ਨੇ ਤਿਆਰ ਕੀਤਾ ਕਿ ਚਾਚਾ ਸ਼ੇਰੂ ਸੀ ਉਸਦਾ ਵੀ ਸ਼ਾਵਾ, ਸ਼ਾਵਾ ਵੀ ਬਹੁਤ ਅੱਛਾ, ਜਿਸਨੇ ਕਤੂਰੇ ਨੂੰ ਵੀ ਭੂਤ ਬਣਾ ਦਿੱਤਾ, ਐਸਾ ਚਾਚਾ ਸ਼ੇਰੂ, ਨਾਮ ਉਹਦਾ ਸ਼ੇਰ ਜੰਗ ਬਹਾਦਰ, ਔਰ ਡਰਦਾ ਇੱਕ ਛੋਟੇ ਜਿਹੇ ਕਤੂਰੇ ਤੋਂ। ਉਸ ਦਿਨ ਪਿੱਛੋਂ ਚਾਚੇ ਨੇ ਕਿਸੇ ਨੂੰ ਉਸ ਮਾਂਡਲੇ ਵਾਲੀ ਕਹਾਣੀ ਨਹੀਂ ਸੁਣਾਈ। ਜਿੱਦਾਂ ਕਿ ਉਹ ਚਾਚਾ ਹਰ ਵਕਤ ਬੱਚਿਆਂ ਨੂੰ ਆਪਣੀ ਬਹਾਦਰੀ, ਮਾਂਡਲੇ ਦੇ ਜੰਗਲਾਂ ਦੀ ਜੋ ਕਹਾਣੀ ਸੀ ਉਹ ਹਰ ਰੋਜ਼ ਸੁਣਾਉਂਦਾ ਸੀ। ਉਸ ਦਿਨ ਤੋਂ ਬਾਅਦ ਉਸਨੇ ਕਦੀ ਵੀ ਮਾਂਡਲੇ ਦੇ ਜੰਗਲਾਂ ਵਾਲੀ ਕਹਾਣੀ ਬੱਚਿਆਂ ਨੂੰ ਨਹੀਂ ਸੁਣਾਈ। ਉਸ ਨੇ ਚੂਹੇ ਫੜਨ ਵਾਲਾ ਪਿੰਜਰਾ ਵੀ ਪਰਛੱਤੀ ਉੱਤੇ ਰੱਖ ਦਿੱਤਾ, ਅਤੇ ਜੋ ਚੂਹੇ, ਜਿਸ ਵਿੱਚ ਚੂਹੇ ਫੜੇ ਜਾਂਦੇ ਨੇ, ਪਿੰਜਰੇ ਨੂੰ ਵੀ ਉਸਨੇ ਪਰਛੱਤੀ ਜੋ ਆਪਣੇ ਘਰਾਂ ਵਿੱਚ ਬਣੀ ਹੁੰਦੀ ਹੈ ਨਾ, ਸਲੇਬ ਜਿਹਨੂੰ ਕਹਿੰਦੇ ਹਨ, ਸਲੇਬ ਉੱਤੇ ਰੱਖ ਦਿੱਤਾ, ਉਸਨੂੰ ਪਰਛੱਤੀ ਕਿਹਾ ਜਾਂਦਾ ਹੈ। ਅਤੇ ਇਹ ਕੁਐਸਚਨ ਵੀ ਹੋ ਸਕਦਾ ਹੈ ਕਿ ਚਾਚੇ ਨੇ ਚੂਹਾ ਫੜਨ ਵਾਲਾ ਪਿੰਜਰਾ ਕਿੱਥੇ ਰੱਖ ਦਿੱਤਾ, ਪਰਛੱਤੀ 'ਤੇ। ਅਤੇ ਇਸ ਦੇ ਨਾਲ ਹੀ ਤੁਹਾਡਾ ਇਹ ਗੁਰਦਿਆਲ ਸਿੰਘ ਜੀ ਦਾ ਲਿਖੀ ਹੋਈ ਲੇਖ ਸੀ, ਕਹਾਣੀ ਸੀ। ਤੁਸੀਂ ਇਹ ਅੱਛੇ ਸੇ ਰੀਡ ਕਰਨੀ ਹੈ। ਅੱਜ ਦੇ ਲਈ ਇੰਨਾ ਹੀ। खुश रहो, सुरक्षित रहो, स्टे होम, गुड बाय।